ਦਿਓ ਅੱਖਾਂ ਨੂੰ ਆਰਾਮ ਤੇ ਕੰਨਾਂ ਨੂੰ ਸਕੂਨ। ਵਿਰਾਸਤ ਤੇ ਤੁਸੀਂ ਸੁਣ ਰਹੇ ਹੋ ਰਾਬਰਟ ਟੀ ਕਿਓਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੂਅਰ ਡੈਡ, ਮੇਰੀ ਯਾਨੀ ਮਨ ਦੀ ਜ਼ੁਬਾਨੀ। ਅਧਿਆਇ ਚੌਥਾ, ਸਬਕ ਤੀਜਾ। ਆਪਣੇ ਕੰਮ ਨਾਲ ਵਾਸਤਾ ਰੱਖੋ। 1974 ਵਿੱਚ ਮੈਕਡੋਨਲਡ ਦੇ ਮਾਲਕ ਰੇ ਕ੍ਰੌਕ ਨੂੰ ਕਿਹਾ ਗਿਆ ਕਿ ਉਹ ਆਸਟਿਨ 'ਚ ਟੈਕਸਾਸ ਯੂਨੀਵਰਸਿਟੀ ਅੰਦਰ MBA ਦੀ ਕਲਾਸ ਨੂੰ ਲੈਕਚਰ ਦੇਣ। ਮੇਰਾ ਇੱਕ ਨਜ਼ਦੀਕੀ ਦੋਸਤ ਕੀਥ ਕਨਿੰਗਮ ਉੱਥੋਂ MBA ਕਰ ਰਿਹਾ ਸੀ। ਬੜੀ ਚੰਗੀ ਅਤੇ ਪ੍ਰੇਰਨਾਦਾਈ ਚਰਚਾ ਤੋਂ ਬਾਅਦ ਕਲਾਸ ਖਤਮ ਹੋ ਗਈ ਅਤੇ ਵਿਦਿਆਰਥੀਆਂ ਨੇ ਰੇ ਨੂੰ ਪੁੱਛਿਆ ਕਿ ਕੀ ਉਹ ਬੀਅਰ ਵਾਸਤੇ ਉਹਨਾਂ ਦੇ ਫੇਵਰੇਟ ਬਾਰ ਵਿੱਚ ਚੱਲਣਗੇ। ਰੇ ਤਿਆਰ ਹੋ ਗਏ। ਜਦੋਂ ਬੀਅਰ ਸਾਰੇ ਲੋਕਾਂ ਦੇ ਹੱਥਾਂ ਵਿੱਚ ਆ ਗਈ ਤਦੋਂ ਰੇ ਨੇ ਪੁੱਛਿਆ, ਮੇਰਾ ਅਸਲ ਬਿਜ਼ਨਸ ਕੀ ਹੈ? ਕੀਥ ਨੇ ਦੱਸਿਆ। ਹਰ ਕੋਈ ਹੱਸ ਪਿਆ। ਜ਼ਿਆਦਾਤਰ MBA ਵਿਦਿਆਰਥੀਆਂ ਨੂੰ ਲੱਗਿਆ ਜਿਵੇਂ ਰੇ ਮਖੌਲ ਕਰ ਰਹੇ ਸਨ। ਕਿਸੇ ਨੇ ਜਵਾਬ ਨਹੀਂ ਦਿੱਤਾ। ਇਸ ਲਈ ਰੇ ਨੇ ਦੁਬਾਰਾ ਇਹ ਸਵਾਲ ਪੁੱਛਿਆ, ਤੁਹਾਡੀਆਂ ਨਜ਼ਰਾਂ ਵਿੱਚ ਮੇਰਾ ਬਿਜ਼ਨਸ ਕੀ ਹੈ? ਵਿਦਿਆਰਥੀ ਦੁਬਾਰਾ ਹੱਸ ਪਏ ਅਤੇ ਅੰਤ ਵਿੱਚ ਇੱਕ ਬਹਾਦਰ ਵਿਦਿਆਰਥੀ ਨੇ ਜ਼ੋਰ ਦੇ ਕੇ ਕਿਹਾ, ਰੇ, ਦੁਨੀਆ ਵਿੱਚ ਇਹੋ ਜਿਹਾ ਕੌਣ ਹੈ ਜਿਸ ਨੂੰ ਇਹ ਨਹੀਂ ਪਤਾ ਕਿ ਤੁਸੀਂ ਹੈਮਬਰਗਰ ਬਿਜ਼ਨਸ ਵਿੱਚ ਹੋ? ਰੇ ਹੱਸ ਪਿਆ। ਮੈਨੂੰ ਪਤਾ ਸੀ ਤੁਸੀਂ ਲੋਕ ਇਹੀ ਕਹੋਗੇ। ਉਹ ਇੱਕ ਪੱਲੇ ਰੁਕਿਆ ਅਤੇ ਇਸ ਦੇ ਬਾਅਦ ਉਸਨੇ ਕਿਹਾ, ਲੇਡੀਜ਼ ਐਂਡ ਜੈਂਟਲਮੈਨ, ਮੈਂ ਹੈਮਬਰਗਰ ਬਿਜ਼ਨਸ ਵਿੱਚ ਨਹੀਂ ਹਾਂ। ਮੇਰਾ ਅਸਲ ਬਿਜ਼ਨਸ ਰੀਅਲ ਐਸਟੇਟ ਹੈ। ਕੀਥ ਨੇ ਦੱਸਿਆ ਕਿ ਰੇ ਨੇ ਆਪਣੇ ਨਜ਼ਰੀਏ ਨੂੰ ਸਮਝਾਉਣ ਵਿੱਚ ਕਾਫੀ ਸਮਾਂ ਲਿਆ। ਆਪਣੇ ਬਿਜ਼ਨਸ ਪਲਾਨ 'ਚ ਰੇ ਜਾਣਦਾ ਸੀ ਕਿ ਬਿਜ਼ਨਸ ਦਾ ਮੂਲ ਟੀਚਾ ਹੈਮਬਰਗਰ ਫਰੈਂਚਾਈਜ਼ੀ ਵੇਚਣਾ ਹੈ, ਪਰ ਉਹ ਕਦੇ ਵੀ ਆਪਣੀ ਹਰ ਫਰੈਂਚਾਈਜ਼ੀ ਦੀ ਲੋਕੇਸ਼ਨ ਨੂੰ ਨਹੀਂ ਭੁੱਲਿਆ। ਉਹ ਜਾਣਦਾ ਸੀ ਕਿ ਰੀਅਲ ਐਸਟੇਟ ਤੇ ਇਸ ਦੀ ਲੋਕੇਸ਼ਨ ਹਰ ਫਰੈਂਚਾਈਜ਼ੀ ਦੀ ਸਫਲਤਾ 'ਚ ਸਭ ਤੋਂ ਮਹੱਤਵਪੂਰਨ ਤੱਤ ਹੈ। ਮੁੱਢਲੇ ਤੌਰ ਤੇ ਉਹ ਆਦਮੀ ਜਿਹੜਾ ਫਰੈਂਚਾਈਜ਼ੀ ਖਰੀਦ ਰਿਹਾ ਸੀ ਤੇ ਰੇ ਕ੍ਰੌਕ ਸੰਗਠਨ 'ਚ ਫਰੈਂਚਾਈਜ਼ੀ ਚੇਨ ਦਾ ਮੈਂਬਰ ਬਣਦਾ ਸੀ, ਉਹ ਵੀ ਉਸ ਜ਼ਮੀਨ ਵਾਸਤੇ ਪੈਸੇ ਦੇ ਰਹੇ ਸਨ ਅਤੇ ਉਸ ਨੂੰ ਖਰੀਦ ਰਹੇ ਸਨ। ਅੱਜ ਮੈਕਡੋਨਲਡ ਦੁਨੀਆ 'ਚ ਰੀਅਲ ਐਸਟੇਟ ਦਾ ਸਭ ਤੋਂ ਵੱਡਾ ਇਕੱਲਾ ਮਾਲਕ ਹੈ, ਜਿਸ ਕੋਲ ਕੈਥੋਲਿਕ ਚਰਚ ਤੋਂ ਵੀ ਜ਼ਿਆਦਾ ਰੀਅਲ ਐਸਟੇਟ ਹੈ। ਅੱਜ ਮੈਕਡੋਨਲਡ ਦੇ ਕੋਲ ਅਮਰੀਕਾ ਅਤੇ ਦੁਨੀਆ ਦੇ ਦੂਜੇ ਮੁਲਕਾਂ 'ਚ ਸਭ ਤੋਂ ਕੀਮਤੀ ਚੁਰਸਤੇ ਅਤੇ ਨੁੱਕੜ ਹਨ। ਕੀਥ ਨੇ ਕਿਹਾ ਕਿ ਇਹ ਉਸ ਦੀ ਜ਼ਿੰਦਗੀ ਦਾ ਬਹੁਤ ਵੱਡਾ ਸਬਕ ਸੀ। ਅੱਜ ਕੀਥ ਦੇ ਕੋਲ ਕਾਰ ਧੋਣ ਦਾ ਬਿਜ਼ਨਸ ਹੈ, ਪਰ ਉਸ ਦਾ ਅਸਲੀ ਬਿਜ਼ਨਸ ਹੈ ਕਾਰ ਧੋਣ ਦੇ ਗੈਰੇਜ ਦੇ ਥੱਲੇ ਰੀਅਲ ਐਸਟੇਟ। ਪਿਛਲੇ ਅਧਿਆਏ ਤੇ ਅੰਤ 'ਚ ਸਾਨੂੰ ਇਹ ਦੱਸਿਆ ਗਿਆ ਸੀ ਕਿ ਜ਼ਿਆਦਾਤਰ ਲੋਕ ਦੁਨੀਆ ਲਈ ਕੰਮ ਕਰਦੇ ਹਨ, ਬਸ ਆਪਣੇ ਲਈ ਕੰਮ ਨਹੀਂ ਕਰਦੇ। ਉਹ ਪਹਿਲਾਂ ਤਾਂ ਕੰਪਨੀ ਦੇ ਮਾਲਕਾਂ ਲਈ ਕੰਮ ਕਰਦੇ ਹਨ, ਫਿਰ ਟੈਕਸ ਦੇ ਕਾਰਨ ਸਰਕਾਰ ਵਾਸਤੇ ਅਤੇ ਆਖਰਕਾਰ ਬੈਂਕ ਲਈ ਕੰਮ ਕਰਦੇ ਹਨ, ਜਿਹੜਾ ਉਹਨਾਂ ਦੇ ਮਾਰਟਗੇਜ ਦਾ ਮਾਲਕ ਹੁੰਦਾ ਹੈ। ਜਦੋਂ ਅਸੀਂ ਛੋਟੇ ਸੀ ਤਾਂ ਸਾਡੇ ਆਲੇ-ਦੁਆਲੇ ਮੈਕਡੋਨਲਡ ਦਾ ਕੋਈ ਫਰੈਂਚਾਈਜ਼ੀ ਆਊਟਲੈਟ ਨਹੀਂ ਸੀ, ਪਰ ਅਮੀਰ ਡੈਡੀ ਨੇ ਮਾਈਕ ਤੇ ਮੈਨੂੰ ਉਹੀ ਸਬਕ ਸਿਖਾ ਦਿੱਤਾ ਸੀ ਜਿਹੜਾ ਟੈਕਸਾਸ ਯੂਨੀਵਰਸਿਟੀ 'ਚ ਰੇ ਕ੍ਰੌਕ ਨੇ ਸਿਖਾਇਆ ਸੀ। ਇਹ ਅਮੀਰਾਂ ਦਾ ਰਾਜ਼ ਨੰਬਰ 3 ਹੈ। ਰਾਜ਼ ਹੈ, ਆਪਣੇ ਕੰਮ ਨਾਲ ਕੰਮ ਰੱਖੋ। ਲੋਕਾਂ ਦੀ ਜ਼ਿੰਦਗੀ 'ਚ ਪੈਸਿਆਂ ਦੀ ਤੰਗੀ ਇਸੇ ਕਰਕੇ ਆਉਂਦੀ ਹੈ ਕਿਉਂਕਿ ਉਹ ਆਪਣੀ ਸਾਰੀ ਜ਼ਿੰਦਗੀ ਦੂਜਿਆਂ ਲਈ ਕੰਮ ਕਰਦੇ ਰਹਿੰਦੇ ਹਨ। ਕਈ ਲੋਕਾਂ ਦੇ ਕੋਲ ਸਾਰੀ ਜ਼ਿੰਦਗੀ ਕੰਮ ਕਰਨ ਤੋਂ ਬਾਅਦ ਵੀ ਆਪਣੇ ਲਈ ਕੁਝ ਵੀ ਨਹੀਂ ਬਚ ਪਾਉਂਦਾ। ਇੱਕ ਵਾਰ ਫੇਰ ਇਸ ਤਰ੍ਹਾਂ ਸਮਝਦੇ ਹਾਂ, ਤੁਹਾਡੀ ਆਮਦਨ ਤੁਹਾਡੇ ਮਾਲਿਕ ਦੇ ਲਈ ਕੰਮ ਹੈ, ਤੁਹਾਡਾ ਖਰਚ ਸਰਕਾਰ ਦੇ ਲਈ ਕੰਮ, ਅਤੇ ਇਸ ਤੋਂ ਜਿਹੜੀ ਤੁਸੀਂ ਸੰਪਤੀ ਭਾਵ ਐਸੈਟਸ ਬਣਾਉਂਦੇ ਹੋ ਉਹ ਤੁਹਾਡਾ ਬਿਜ਼ਨਸ, ਅਤੇ ਦੇਣਦਾਰੀ ਵਿੱਚ ਤੁਸੀਂ ਬੈਂਕ ਵਾਸਤੇ ਕੰਮ ਕਰਦੇ ਹੋ। ਇਹ ਸਾਰਾ ਕੁਝ ਰੇ ਕ੍ਰੌਕ ਦੀ ਸਲਾਹ ਦਾ ਸਭ ਤੋਂ ਵਧੀਆ ਉਦਾਹਰਣ ਹੈ। ਸਾਡੀ ਵਰਤਮਾਨ ਸਿੱਖਿਆ ਪੱਧਤੀ ਅੱਜ ਦੇ ਨੌਜਵਾਨਾਂ 'ਚ ਅਕਾਦਮਿਕ ਕੁਸ਼ਲਤਾਵਾਂ ਵਿਕਸਿਤ ਕਰ ਉਹਨਾਂ ਨੂੰ ਚੰਗੀਆਂ ਨੌਕਰੀਆਂ ਦਿਲਾਉਣ ਲਈ ਤਿਆਰ ਕਰਦੀ ਹੈ। ਉਹਨਾਂ ਦੀਆਂ ਜ਼ਿੰਦਗੀਆਂ ਉਹਨਾਂ ਦੀ ਤਨਖਾਹਾਂ ਦੇ ਚੌਗਿਰਦੇ ਘੁੰਮਦੀ ਹੈ, ਜਾਂ ਜਿਵੇਂ ਪਹਿਲਾਂ ਦੱਸਿਆ ਜਾ ਚੁੱਕਿਆ ਹੈ, ਉਹਨਾਂ ਦੀ ਆਮਦਨ ਵਾਲੇ ਕਾਲਮ ਦੇ ਚਾਰੇ ਪਾਸੇ ਤੇ ਜ਼ਿਆਦਾ ਅਕਾਦਮਿਕ ਕੁਸ਼ਲਤਾਵਾਂ ਨੂੰ ਵਿਕਸਿਤ ਕਰਨ ਤੋਂ ਬਾਅਦ ਉਹ ਆਪਣੀ ਵਿਵਸਾਇਕ ਯੋਗਤਾਵਾਂ ਨੂੰ ਵਧਾਉਣ ਵਾਸਤੇ ਹੋਰ ਉੱਚੀ ਸਿੱਖਿਆ ਹਾਸਲ ਕਰਦੇ ਹਨ। ਉਹ ਇੰਜੀਨੀਅਰ, ਵਿਗਿਆਨਕ, ਰਸੋਈਏ, ਪੁਲਿਸ ਅਫਸਰ, ਕਲਾਕਾਰ, ਲੇਖਕ ਆਦਿ ਬਣਨ ਵਾਸਤੇ ਪੜ੍ਹਾਈ ਕਰਦੇ ਹਨ। ਉਹਨਾਂ ਦੀ ਵਿਵਸਾਇਕ ਯੋਗਤਾਵਾਂ ਉਹਨਾਂ ਨੂੰ ਕੰਮ ਕਰਨ ਤੇ ਪੈਸਾ ਕਮਾਉਣ ਦਾ ਮੌਕਾ ਦਿੰਦੀ ਹੈ, ਪਰ ਧਿਆਨ ਰਹੇ ਕਿ ਉਹ ਪੈਸਿਆਂ ਵਾਸਤੇ ਕੰਮ ਕਰਦੇ ਹਨ।
ਤੁਹਾਡੇ ਪ੍ਰੋਫੈਸ਼ਨ ਅਤੇ ਉਹਨਾਂ ਦੇ ਬਿਜ਼ਨਸ ਵਿੱਚ ਬਹੁਤ ਵੱਡਾ ਅੰਤਰ ਹੈ। ਮੈਂ ਆਮ ਕਰਕੇ ਲੋਕਾਂ ਨੂੰ ਪੁੱਛਦਾ ਹਾਂ, ਤੁਹਾਡਾ ਬਿਜ਼ਨਸ ਕੀ ਹੈ? ਤੇ ਉਹ ਕਹਿੰਦੇ ਹਨ, ਮੈਂ ਇੱਕ ਬੈਂਕਰ ਹਾਂ। ਫਿਰ ਮੈਂ ਉਹਨਾਂ ਨੂੰ ਪੁੱਛਦਾ ਹਾਂ ਕਿ ਕੀ ਉਹ ਬੈਂਕ ਦੇ ਮਾਲਕ ਹਨ? ਤੇ ਆਮ ਕਰਕੇ ਉਹਨਾਂ ਦਾ ਜਵਾਬ ਹੁੰਦਾ ਹੈ, ਨਹੀਂ, ਮੈਂ ਉੱਥੇ ਕੰਮ ਕਰਦਾ ਹਾਂ। ਇਸ ਤਰ੍ਹਾਂ ਉਹਨਾਂ ਨੇ ਆਪਣੇ ਪ੍ਰੋਫੈਸ਼ਨ ਅਤੇ ਆਪਣੇ ਬਿਜ਼ਨਸ ਨੂੰ ਇੱਕ ਹੀ ਸਮਝ ਲਿਆ ਹੈ। ਉਹਨਾਂ ਦਾ ਪ੍ਰੋਫੈਸ਼ਨ ਇੱਕ ਬੈਂਕਰ ਦਾ ਹੋ ਸਕਦਾ ਹੈ, ਪਰ ਉਹਨਾਂ ਦਾ ਆਪਣਾ ਬਿਜ਼ਨਸ ਕੁਝ ਵੀ ਨਹੀਂ ਹੈ। ਰੇ ਕ੍ਰੌਕ ਆਪਣੇ ਪ੍ਰੋਫੈਸ਼ਨ ਅਤੇ ਆਪਣੇ ਬਿਜ਼ਨਸ ਦੇ ਵਿਚਕਾਰਲੇ ਫਰਕ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਸਨ। ਉਹਨਾਂ ਦਾ ਪ੍ਰੋਫੈਸ਼ਨ ਹਮੇਸ਼ਾ ਉਹੀ ਸੀ। ਉਹ ਇੱਕ ਸੇਲਜ਼ਮੈਨ ਸਨ। ਇੱਕ ਵਕਤ ਉਹ ਮਿਲਕ ਸ਼ੇਕ ਵਾਸਤੇ ਮਿਕਸਰ ਵੇਚਦੇ ਸਨ ਤੇ ਕੁਝ ਹੀ ਸਮੇਂ ਬਾਅਦ ਉਹ ਹੈਮਬਰਗਰ ਫਰੈਂਚਾਈਜ਼ੀ ਵੇਚਣ ਲੱਗੇ। ਹਾਲਾਂਕਿ ਉਹਨਾਂ ਦਾ ਪ੍ਰੋਫੈਸ਼ਨ ਹੈਮਬਰਗਰ ਫਰੈਂਚਾਈਜ਼ੀ ਵੇਚਣ ਦਾ ਸੀ, ਪਰ ਉਹਨਾਂ ਦਾ ਬਿਜ਼ਨਸ ਆਮਦਨ ਦਿਲਾਉਣ ਵਾਲੇ ਰੀਅਲ ਐਸਟੇਟ ਨੂੰ ਇਕੱਤਰ ਕਰਨਾ ਸੀ। ਸਕੂਲ ਦੇ ਨਾਲ ਇੱਕ ਸਮੱਸਿਆ ਇਹ ਹੈ ਕਿ ਤੁਸੀਂ ਜਿਹੜਾ ਵਿਸ਼ਾ ਪੜ੍ਹਦੇ ਹੋ, ਤੁਸੀਂ ਉਹੀ ਬਣ ਜਾਂਦੇ ਹੋ। ਉਦਾਹਰਣ ਵਾਸਤੇ, ਜੇਕਰ ਤੁਸੀਂ ਕੁਕਿੰਗ ਦਾ ਅਧਿਐਨ ਕਰਦੇ ਹੋ ਤਾਂ ਤੁਸੀਂ ਸ਼ੈਫ ਬਣ ਜਾਂਦੇ ਹੋ। ਜੇਕਰ ਤੁਸੀਂ ਕਾਨੂੰਨ ਦਾ ਅਧਿਐਨ ਕਰਦੇ ਹੋ ਤਾਂ ਵਕੀਲ, ਅਤੇ ਜੇਕਰ ਤੁਸੀਂ ਆਟੋ ਮਕੈਨਿਕਸ ਦਾ ਅਧਿਐਨ ਕਰਦੇ ਹੋ ਤਾਂ ਮਕੈਨਿਕ ਬਣ ਜਾਂਦੇ ਹੋ। ਜੋ ਪੜ੍ਹਿਆ ਜਾਵੇ ਉਹੀ ਬਣ ਜਾਣ ਵਿੱਚ ਗਲਤੀ ਇੱਥੇ ਹੁੰਦੀ ਹੈ ਕਿ ਲੋਕ ਆਪਣੇ ਕੰਮ ਨਾਲ ਕੰਮ ਰੱਖਣਾ ਭੁੱਲ ਜਾਂਦੇ ਹਨ। ਉਹ ਆਪਣਾ ਸਾਰਾ ਜੀਵਨ ਦੂਜਿਆਂ ਦੇ ਕੰਮ 'ਤੇ ਧਿਆਨ ਦੇਣ ਵਿੱਚ ਲਾ ਦਿੰਦੇ ਹਨ। ਇਸ ਤਰ੍ਹਾਂ ਉਹ ਉਹਨਾਂ ਨੂੰ ਅਮੀਰ ਬਣਾਉਂਦੇ ਹਨ। ਆਰਥਿਕ ਤੌਰ 'ਤੇ ਸੁਰੱਖਿਅਤ ਬਣਨ ਵਾਸਤੇ ਕਿਸੇ ਬੰਦੇ ਨੂੰ ਆਪਣੇ ਕੰਮ ਨਾਲ ਕੰਮ ਰੱਖਣ ਦੀ ਲੋੜ ਹੁੰਦੀ ਹੈ। ਤੁਹਾਡਾ ਬਿਜ਼ਨਸ ਤੁਹਾਡੇ ਸੰਪਤੀ ਭਾਵ ਐਸੈਟਸ ਵਾਲੇ ਕਾਲਮ ਦੇ ਚਾਰੇ ਪਾਸੇ ਘੁੰਮਦਾ ਹੈ, ਜਿਹੜਾ ਤੁਹਾਡੀ ਆਮਦਨ ਵਾਲੇ ਕਾਲਮ ਦੇ ਉਲਟ ਹੁੰਦਾ ਹੈ, ਜਿਵੇਂ ਪਹਿਲਾਂ ਦੱਸਿਆ ਜਾ ਚੁੱਕਿਆ ਹੈ। ਨੰਬਰ 1 ਅਸੂਲ ਇਹ ਜਾਣਨਾ ਹੈ ਕਿ ਸੰਪਤੀ ਅਤੇ ਦੇਣਦਾਰੀ ਦੇ ਵਿਚਕਾਰ ਫਰਕ ਹੁੰਦਾ ਹੈ, ਅਤੇ ਇਸ ਲਈ ਸਾਨੂੰ ਸੰਪਤੀ ਖਰੀਦਣਾ ਹੀ ਚਾਹੀਦੀ ਹੈ। ਅਮੀਰ ਲੋਕ ਆਪਣੇ ਸੰਪਤੀ ਵਾਲੇ ਕਾਲਮ ਉੱਤੇ ਧਿਆਨ ਦਿੰਦੇ ਹਨ, ਜਦੋਂ ਕਿ ਬਾਕੀ ਸਾਰੇ ਲੋਕ ਆਪਣੇ ਇਨਕਮ ਸਟੇਟਮੈਂਟ ਉੱਤੇ। ਇਸ ਲਈ ਸਾਨੂੰ ਇਹ ਬੜਾ ਸੁਣਨ ਵਿੱਚ ਆਉਂਦਾ ਹੈ, ਮੈਨੂੰ ਜ਼ਿਆਦਾ ਤਨਖਾਹ ਦੀ ਲੋੜ ਹੈ, ਕਾਸ਼ ਕਿ ਮੈਨੂੰ ਪ੍ਰਮੋਸ਼ਨ ਮਿਲ ਜਾਵੇ। ਮੈਂ ਇੱਕ ਵਾਰ ਫੇਰ ਸਕੂਲ ਜਾ ਕੇ ਕੁਝ ਹੋਰ ਟ੍ਰੇਨਿੰਗ ਲੈਣ ਵਾਲਾ ਹਾਂ ਤਾਂ ਜੋ ਮੈਂ ਹੋਰ ਬਿਹਤਰ ਨੌਕਰੀ ਪਾ ਸਕਾਂ। ਮੈਂ ਓਵਰਟਾਈਮ ਕਰਨ ਵਾਲਾ ਹਾਂ, ਸ਼ਾਇਦ ਮੈਨੂੰ ਕੋਈ ਪਾਰਟ ਟਾਈਮ ਕੰਮ ਮਿਲ ਜਾਵੇ। ਮੈਂ 2 ਹਫ਼ਤਿਆਂ ਵਿੱਚ ਨੌਕਰੀ ਛੱਡ ਰਿਹਾ ਹਾਂ। ਮੈਨੂੰ ਇੱਕ ਨਵੀਂ ਨੌਕਰੀ ਮਿਲ ਰਹੀ ਹੈ ਜਿਸ ਵਿੱਚ ਤਨਖਾਹ ਜ਼ਿਆਦਾ ਹੈ। ਕਈ ਸਮੂਹਾਂ 'ਚ ਸਿਆਣਪ ਦੇ ਵਿਚਾਰ ਹਨ, ਪਰ ਜੇਕਰ ਤੁਸੀਂ ਰੇ ਕ੍ਰੌਕ ਦੀ ਗੱਲ ਸਮਝ ਲੈਂਦੇ ਹੋ ਤਾਂ ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਕੰਮ ਨਾਲ ਕੰਮ ਨਹੀਂ ਰੱਖ ਰਹੇ ਹੋ। ਇਹ ਸਾਰੇ ਵਿਚਾਰ ਤੁਹਾਡਾ ਸੰਪੂਰਨ ਧਿਆਨ ਆਮਦਨ ਵਾਲੇ ਕਾਲਮ ਉੱਤੇ ਕੇਂਦਰਿਤ ਕਰਦੇ ਹਨ, ਤੇ ਜੇਕਰ ਹੋਰ ਜ਼ਿਆਦਾ ਧਨ ਦਾ ਇਸਤੇਮਾਲ ਆਮਦਨ ਵਧਾਉਣ ਵਾਲੀ ਸੰਪਤੀਆਂ ਨੂੰ ਖਰੀਦਣ ਵਿੱਚ ਕੀਤਾ ਜਾਂਦਾ ਹੈ ਤਾਂ ਹੀ ਉਹ ਆਦਮੀ ਆਰਥਿਕ ਤੌਰ 'ਤੇ ਸੁਰੱਖਿਅਤ ਹੋ ਸਕਦਾ ਹੈ। ਗਰੀਬ ਅਤੇ ਮਿਡਲ ਕਲਾਸ ਦੇ ਜ਼ਿਆਦਾਤਰ ਲੋਕ ਆਰਥਿਕ ਤੌਰ ਉੱਤੇ ਪੁਰਾਤਨ ਪੰਥੀ ਹੁੰਦੇ ਹਨ। ਜਿਸ ਤਰ੍ਹਾਂ ਮੈਂ ਖਤਰਾ ਨਹੀਂ ਚੁੱਕ ਸਕਦਾ, ਉਹ ਇਸ ਤਰ੍ਹਾਂ ਕਿ ਉਹਨਾਂ ਦਾ ਕੋਈ ਆਰਥਿਕ ਆਧਾਰ ਨਹੀਂ ਹੁੰਦਾ। ਉਹ ਆਪਣੀਆਂ ਨੌਕਰੀਆਂ ਨਾਲ ਚਿਪਕੇ ਰਹਿੰਦੇ ਹਨ। ਉਹ ਖੇਡ ਨੂੰ ਸੁਰੱਖਿਅਤ ਢੰਗ ਨਾਲ ਖੇਡਦੇ ਹਨ। ਜਦੋਂ ਕੰਪਨੀਆਂ ਦਾ ਆਕਾਰ ਛੋਟਾ ਹੋਣ ਲੱਗਾ ਤਾਂ ਲੱਖਾਂ ਕਰੋੜਾਂ ਲੋਕਾਂ ਨੂੰ ਪਤਾ ਚੱਲਿਆ ਕਿ ਜਿਸ ਨੂੰ ਉਹ ਆਪਣੀ ਸਭ ਤੋਂ ਵੱਡੀ ਸੰਪਤੀ ਮੰਨਦੇ ਸਨ, ਯਾਨੀ ਕਿ ਉਹਨਾਂ ਦਾ ਘਰ, ਉਹ ਉਹਨਾਂ ਨੂੰ ਜ਼ਿੰਦਾ ਮਾਰ ਰਿਹਾ ਹੈ। ਉਹਨਾਂ ਦੀ ਘਰਨਾਮੀ ਸੰਪਤੀ ਹਰ ਮਹੀਨੇ ਉਹਨਾਂ ਦੀ ਜੇਬ 'ਚੋਂ ਪੈਸੇ ਕਢਵਾ ਰਹੀ ਹੈ। ਉਹਨਾਂ ਦੀ ਕਾਰ, ਉਹਨਾਂ ਦੀ ਦੂਜੀ ਸੰਪਤੀ ਵੀ ਉਹਨਾਂ ਨੂੰ ਜਿਉਂਦੇ ਜੀ ਮਾਰ ਰਹੀ ਸੀ। ਗੈਰੇਜ 'ਚ ਰੱਖੇ $1000 ਵਿੱਚ ਖਰੀਦੇ ਗਏ ਉਹਨਾਂ ਦੇ ਗੋਲਫ ਕਲੱਬ ਹੁਣ $1000 ਦੇ ਨਹੀਂ ਰਹਿ ਗਏ ਸਨ। ਨੌਕਰੀ ਦੀ ਸੁਰੱਖਿਆ ਨਾ ਹੋਣ ਕਾਰਨ ਹੁਣ ਉਹਨਾਂ ਕੋਲ ਜੀਵਨ ਬਤੀਤ ਕਰਨ ਦਾ ਕੋਈ ਆਧਾਰ ਨਹੀਂ ਸੀ ਬਚਿਆ। ਉਹਨਾਂ ਦੇ ਵਿਚਾਰ 'ਚ ਜਿਹੜੀਆਂ ਸੰਪਤੀਆਂ ਸਨ, ਪੈਸੇ ਦੇ ਸੰਕਟ ਦੇ ਸਮੇਂ ਉਹ ਉਹਨਾਂ ਦੀ ਕੁਝ ਵੀ ਸਹਾਇਤਾ ਨਹੀਂ ਸਨ ਕਰ ਸਕਦੀਆਂ। ਮੈਂ ਇਹ ਮੰਨ ਕੇ ਚੱਲ ਰਿਹਾ ਹਾਂ ਕਿ ਸਾਡੇ 'ਚੋਂ ਜ਼ਿਆਦਾਤਰ ਲੋਕਾਂ ਨੇ ਮਕਾਨ ਜਾਂ ਕਾਰ ਖਰੀਦਣ ਲਈ ਬੈਂਕ ਤੋਂ ਲੋਨ ਲੈਣ ਵਾਸਤੇ ਬਿਨੈ ਪੱਤਰ ਭਰਿਆ ਹੈ। ਨੈੱਟਵਰਥ ਖੰਡ ਉੱਤੇ ਨਜ਼ਰਸਾਨੀ ਕਰਨਾ ਹਮੇਸ਼ਾ ਰੋਚਕ ਰਹਿੰਦਾ ਹੈ। ਇਹ ਰੋਚਕ ਇਸ ਕਰਕੇ ਹੁੰਦਾ ਹੈ ਕਿਉਂਕਿ ਇਸ ਨਾਲ ਅਸੀਂ ਇਹ ਜਾਣ ਲੈਂਦੇ ਹਾਂ ਕਿ ਬੈਂਕਿੰਗ ਤੇ ਅਕਾਊਂਟਿੰਗ 'ਚ ਕਿਹੜੀਆਂ ਵਸਤਾਂ ਨੂੰ ਸੰਪਤੀ ਮੰਨਿਆ ਜਾਂਦਾ ਹੈ। ਇੱਕ ਦਿਨ ਕਰਜ਼ ਲੈਣ ਲਈ ਮੇਰੀ ਮਾਲੀ ਹਾਲਤ ਬਹੁਤ ਚੰਗੀ ਨਹੀਂ ਸੀ ਲੱਗ ਰਹੀ। ਇਸ ਲਈ ਮੈਂ ਆਪਣੇ ਨਵੇਂ ਗੋਲਫ ਕਲੱਬ, ਮੇਰੇ ਆਰਟ ਕਲੈਕਸ਼ਨਸ, ਪੁਸਤਕਾਂ, ਸਟੀਰੀਓ ਟੈਲੀਵਿਜ਼ਨ, ਅਰਮਾਨੀ ਸੂਟਸ, ਹੱਥ ਘੜੀਆਂ
ਬੂਟ ਅਤੇ ਹੋਰ ਦੀਗਰ ਚੀਜ਼ਾਂ ਨੂੰ ਸੰਪਤੀ ਵਾਲੇ ਕਾਲਮ ਵਿੱਚ ਦਰਸਾ ਦਿੱਤਾ। ਮੇਰੇ ਕਰਜ਼ ਦੇ ਬਿਨੇ ਪੱਤਰ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਕਿਉਂਕਿ ਮੇਰਾ ਬਹੁਤ ਜ਼ਿਆਦਾ ਨਿਵੇਸ਼ ਰੀਅਲ ਐਸਟੇਟ ਵਿੱਚ ਸੀ। ਲੋਨ ਕਮੇਟੀ ਨੂੰ ਇਹ ਪਸੰਦ ਨਹੀਂ ਸੀ ਆਇਆ ਕਿ ਮੈਂ ਅਪਾਰਟਮੈਂਟ ਹਾਊਸਿਸ ਤੋਂ ਇੰਨਾ ਜ਼ਿਆਦਾ ਪੈਸਾ ਕਮਾ ਰਿਹਾ ਸੀ। ਉਹ ਇਹ ਪਤਾ ਕਰਨਾ ਚਾਹੁੰਦੇ ਸਨ ਕਿ ਮੇਰੇ ਕੋਲ ਇੱਕ ਆਮ ਨੌਕਰੀ ਕਿਉਂ ਨਹੀਂ ਹੈ ਜਿਸ ਤੋਂ ਤਨਖਾਹ ਮਿਲਦੀ ਹੋਵੇ। ਉਹਨਾਂ ਨੇ ਮੇਰੇ ਅਰਮਾਨੀ ਸੂਟਸ, ਗੋਲਫ ਕਲੱਬ ਜਾਂ ਆਰਟ ਕਲੈਕਸ਼ਨ ਬਾਬਤ ਕੋਈ ਸਵਾਲ ਨਹੀਂ ਕੀਤਾ। ਜ਼ਿੰਦਗੀ ਵਿੱਚ ਕਈ ਵਾਰ ਮੁਸ਼ਕਿਲ ਹੋ ਜਾਂਦੀ ਹੈ ਜਦੋਂ ਤੁਸੀਂ ਸਟੈਂਡਰਡ ਪ੍ਰੋਫਾਈਲ ਵਿੱਚ ਫਿੱਟ ਨਹੀਂ ਹੋ ਪਾਉਂਦੇ। ਮੈਂ ਹਰ ਵਾਰੀ ਚੌਂਕ ਜਾਂਦਾ ਹਾਂ ਜਦੋਂ ਮੈਂ ਕਿਸੇ ਨੂੰ ਇਹ ਕਹਿੰਦੇ ਹੋਏ ਸੁਣਦਾ ਹਾਂ ਕਿ ਉਹਨਾਂ ਦੀ ਨੈੱਟ ਵਰਥ $10 ਲੱਖ ਹੈ ਜਾਂ $1 ਲੱਖ ਜਾਂ ਇਹੋ ਜਿਹਾ ਹੀ ਕੋਈ ਹੋਰ ਅੰਕੜਾ। ਨੈੱਟਵਰਥ ਦੇ ਸਟੀਕ ਨਾ ਹੋਣ ਦਾ ਇੱਕ ਖਾਸ ਕਾਰਨ ਇਹ ਹੈ ਕਿ ਜਿਸ ਪਲ ਤੁਸੀਂ ਆਪਣੀ ਸੰਪਤੀਆਂ ਨੂੰ ਵੇਚਣਾ ਸ਼ੁਰੂ ਕਰਦੇ ਹੋ, ਤੁਹਾਨੂੰ ਪ੍ਰਾਪਤੀਆਂ ਤੇ ਟੈਕਸ ਚੁਕਾਉਣਾ ਪੈਂਦਾ ਹੈ। ਇੰਨੇ ਸਾਰੇ ਲੋਕ ਆਪਣੇ ਆਪ ਨੂੰ ਪੈਸੇ ਦੇ ਗਹਿਰੇ ਸੰਕਟ ਵਿੱਚ ਪਾ ਲੈਂਦੇ ਹਨ ਜਦੋਂ ਉਹਨਾਂ ਦੀ ਆਮਦਨ ਘੱਟ ਹੋ ਜਾਂਦੀ ਹੈ। ਪੈਸਾ ਜਟਾਉਣ ਲਈ ਉਹ ਆਪਣੀਆਂ ਸੰਪਤੀਆਂ ਵੇਚਦੇ ਹਨ। ਪਹਿਲੇ ਤਾਂ ਉਹਨਾਂ ਦੀਆਂ ਨਿੱਜੀ ਸੰਪਤੀਆਂ ਆਮ ਕਰਕੇ ਉਸ ਮੁੱਲ ਕੋਲੋਂ ਬਹੁਤ ਘੱਟ ਉੱਤੇ ਵਿਕਦੀਆਂ ਹਨ ਜਿਹੜੀ ਕਿ ਉਹਨਾਂ ਦੀ ਬੈਲੈਂਸ ਸ਼ੀਟ ਵਿੱਚ ਦਰਸਾਈ ਗਈ ਹੈ, ਜਾਂ ਜੇਕਰ ਸੰਪਤੀ ਨੂੰ ਵੇਚਣ ਨਾਲ ਕੋਈ ਫਾਇਦਾ ਹੁੰਦਾ ਹੈ ਤਾਂ ਉਸ ਉੱਤੇ ਟੈਕਸ ਲਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇੱਕ ਵਾਰ ਫੇਰ ਸਰਕਾਰ ਫਾਇਦੇ ਵਿੱਚੋਂ ਆਪਣਾ ਹਿੱਸਾ ਲੈ ਲੈਂਦੀ ਹੈ ਤੇ ਇੰਜ ਕਰਜ਼ ਤੋਂ ਨਜਿੱਠਣ ਵਾਸਤੇ ਜੁਟਾਈ ਜਾਣ ਵਾਲੀ ਰਕਮ ਨੂੰ ਹੋਰ ਘੱਟ ਕਰ ਦਿੰਦੀ ਹੈ। ਆਪਣੇ ਕੰਮ ਨਾਲ ਕੰਮ ਰੱਖਣਾ ਸ਼ੁਰੂ ਕਰ ਦਿਓ। ਦਿਨ ਦੀ ਨੌਕਰੀ ਨੂੰ ਕਰਦੇ ਰਹੋ, ਪਰ ਅਸਲੀ ਸੰਪਤੀ ਨੂੰ ਵੀ ਖਰੀਦਣਾ ਸ਼ੁਰੂ ਕਰ ਦਿਓ। ਪਰ ਇਹੋ ਜਿਹੀਆਂ ਦੇਣਦਾਰੀਆਂ ਜਾਂ ਨਿੱਜੀ ਚੀਜ਼ਾਂ ਲੈਣ ਤੋਂ ਬਚੋ ਜਿਨ੍ਹਾਂ ਦੀ ਕੀਮਤ ਇੱਕ ਵਾਰੀ ਘਰ ਲਿਆਉਣ ਉੱਤੇ ਘੱਟ ਹੋ ਜਾਵੇ। ਤੁਸੀਂ ਜਿਸ ਪਲ ਇੱਕ ਨਵੀਂ ਕਾਰ ਨੂੰ ਦੁਕਾਨ ਤੋਂ ਬਾਹਰ ਕੱਢ ਕੇ ਲੈ ਕੇ ਜਾਂਦੇ ਹੋ, ਉਸ ਦੀ ਕੀਮਤ 25% ਘੱਟ ਹੋ ਜਾਂਦੀ ਹੈ। ਇਹ ਸੱਚੀ ਸੰਪਤੀ ਨਹੀਂ ਹੈ, ਹਾਲਾਂਕਿ ਤੁਹਾਡੇ ਬੈਂਕਰ ਇਸ ਨੂੰ ਸੰਪਤੀ ਮੰਨਦੇ ਹਨ। ਮੇਰਾ $400 ਦਾ ਨਵਾਂ ਟਿਟੇਨੀਅਮ ਡਰਾਈਵਰ ਖਰੀਦਣ ਦੇ ਕੁਝ ਹੀ ਮਿੰਟਾਂ ਬਾਅਦ $150 ਮੁੱਲ ਦਾ ਹੋ ਗਿਆ ਸੀ। ਨੌਜਵਾਨਾਂ ਲਈ ਤਾਂ ਇਹ ਠੀਕ ਹੈ ਕਿ ਉਹ ਆਪਣੇ ਖਰਚ ਘੱਟ ਕਰ ਲੈਣ, ਆਪਣੀਆਂ ਦੇਣਦਾਰੀਆਂ ਨੂੰ ਘਟਾ ਲੈਣ ਤੇ ਮਿਹਨਤ ਨਾਲ ਠੋਸ ਸੰਪਤੀਆਂ ਦਾ ਆਧਾਰ ਬਣਾ ਲੈਣ। ਉਹਨਾਂ ਗੱਭਰੂਆਂ ਨੂੰ ਜਿਨ੍ਹਾਂ ਨੇ ਅਜੇ ਘਰ ਨਹੀਂ ਛੱਡਿਆ ਹੈ, ਇਹ ਸਿਖਾਇਆ ਜਾਣਾ ਚਾਹੀਦਾ ਹੈ ਕਿ ਸੰਪਤੀ ਤੇ ਦੇਣਦਾਰੀ ਦੇ ਵਿਚਕਾਰ ਕੀ ਫਰਕ ਹੁੰਦਾ ਹੈ। ਘਰ ਛੱਡਣ ਤੋਂ ਪਹਿਲਾਂ ਹੀ ਉਹਨਾਂ ਨੂੰ ਸੰਪਤੀ ਵਾਲੇ ਕਾਲਮ ਨੂੰ ਬਣਾਉਣ ਦੀ ਪ੍ਰੇਰਣਾ ਦਿੱਤੀ ਜਾਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕਿ ਉਹ ਘਰ ਛੱਡਣ, ਵਿਆਹ ਕਰਨ, ਘਰ ਖਰੀਦਣ, ਬੱਚੇ ਪੈਦਾ ਕਰਨ, ਖਤਰਨਾਕ ਆਰਥਿਕ ਸਥਿਤੀ 'ਚ ਫਸਣ, ਨੌਕਰੀ ਨੂੰ ਕੱਸ ਕੇ ਫੜ ਲੈਣ ਤੇ ਹਰ ਚੀਜ਼ ਨੂੰ ਉਧਾਰ ਖਰੀਦਣ। ਮੈਂ ਬਹੁਤ ਸਾਰੇ ਨੌਜਵਾਨ ਜੋੜੀਆਂ ਨੂੰ ਦੇਖਦਾ ਹਾਂ ਜਿਨ੍ਹਾਂ ਨੇ ਵਿਆਹ ਕਰ ਲਿਆ ਹੈ ਤੇ ਆਪਣੇ ਆਪ ਨੂੰ ਇਹੋ ਜਿਹੇ ਜਾਲ ਵਿੱਚ ਫਸਾ ਲਿਆ ਹੈ ਜਿਸ ਨਾਲ ਉਹ ਆਪਣੀ ਨੌਕਰੀ ਦੇ ਬਹੁਤ ਸਾਲਾਂ ਤੱਕ ਕਰਜ਼ ਤੋਂ ਬਾਹਰ ਨਹੀਂ ਨਿਕਲ ਪਾਉਣਗੇ। ਜਦੋਂ ਅੰਤਲਾ ਬੱਚਾ ਘਰ ਛੱਡ ਕੇ ਚਲਾ ਜਾਂਦਾ ਹੈ, ਤਦੋਂ ਜ਼ਿਆਦਾਤਰ ਲੋਕਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹਨਾਂ ਨੇ ਰਿਟਾਇਰਮੈਂਟ ਦੀ ਭਲੀ ਭਾਂਤ ਤਿਆਰੀ ਨਹੀਂ ਸੀ ਕੀਤੀ ਤੇ ਉਹ ਥੋੜ੍ਹਾ ਪੈਸਾ ਵੱਖਰਾ ਰੱਖਣਾ ਸ਼ੁਰੂ ਕਰ ਦਿੰਦੇ ਹਨ। ਫਿਰ ਉਹਨਾਂ ਦੇ ਆਪਣੇ ਮੰਮੀ ਪਾਪਾ ਬਿਮਾਰ ਹੋ ਜਾਂਦੇ ਹਨ ਤੇ ਉਹਨਾਂ ਕੋਲ ਨਵੀਂ ਜ਼ਿੰਮੇਵਾਰੀਆਂ ਜਾਂ ਦੇਣਦਾਰੀਆਂ ਆ ਜਾਂਦੀਆਂ ਹਨ। ਮੈਂ ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਕਿਸ ਤਰ੍ਹਾਂ ਦੀਆਂ ਸੰਪਤੀਆਂ ਨੂੰ ਇਕੱਤਰ ਕਰਨ ਦੀ ਪ੍ਰੇਰਣਾ ਦੇ ਰਿਹਾ ਹਾਂ। ਮੇਰੀ ਦੁਨੀਆ 'ਚ ਅਸਲ ਵਿੱਚ ਸੰਪਤੀ ਕਈ ਪ੍ਰਕਾਰ ਦੀ ਹੁੰਦੀ ਹੈ। ਇੱਕ, ਇਹੋ ਜਿਹੇ ਬਿਜ਼ਨਸ ਜਿਨ੍ਹਾਂ ਅੰਦਰ ਮੇਰੇ ਹੋਣ ਦੀ ਲੋੜ ਨਾ ਹੋਵੇ। ਮੈਂ ਉਹਨਾਂ ਦਾ ਮਾਲਕ ਜ਼ਰੂਰ ਹਾਂ, ਪਰ ਉਹਨਾਂ ਨੂੰ ਦੂਜੇ ਲੋਕ ਚਲਾਉਂਦੇ ਹਨ। ਜੇਕਰ ਮੈਨੂੰ ਉਹੀ ਕੰਮ ਕਰਨਾ ਪਵੇ ਤਾਂ ਇਹ ਬਿਜ਼ਨਸ ਨਹੀਂ ਹੋਵੇਗਾ, ਇਹ ਮੇਰੀ ਨੌਕਰੀ ਹੋਵੇਗੀ। ਨੰਬਰ 2, ਸਟਾਕ। ਨੰਬਰ 3, ਬੌਂਡ। ਨੰਬਰ 4, ਮਿਊਚੁਅਲ ਫੰਡ। ਨੰਬਰ 5, ਆਮਦਨ ਦੇਣ ਵਾਲੀ ਰੀਅਲ ਐਸਟੇਟ। ਨੰਬਰ 6, ਨੋਟਸ IOU। ਨੰਬਰ 7, ਬੌਧਿਕ ਸੰਪਦਾ ਜਿਵੇਂ ਸੰਗੀਤ, ਸਕ੍ਰਿਪਟ, ਪੇਟੈਂਟ ਆਦਿ ਤੋਂ ਮਿਲਣ ਵਾਲੀ ਰਾਇਲਟੀ। ਨੰਬਰ 8, ਅਤੇ ਹਰ ਇਹੋ ਜਿਹੀ ਚੀਜ਼ ਜਿਹੜੀ ਕੀਮਤੀ ਹੈ, ਜੋ ਆਮਦਨ ਦਿੰਦੀ ਹੈ ਤੇ ਜਿਸ ਦਾ ਮੁੱਲ ਵੱਧਦਾ ਜਾਂਦਾ ਹੈ ਅਤੇ ਜਿਸ ਦਾ ਬਾਜ਼ਾਰ ਤਿਆਰ ਹੈ। ਜਦੋਂ ਮੈਂ ਛੋਟਾ ਸੀ ਤਦੋਂ ਮੇਰੇ ਪੜ੍ਹੇ ਲਿਖੇ ਡੈਡੀ ਨੇ ਮੈਨੂੰ ਇੱਕ ਸੁਰੱਖਿਅਤ ਨੌਕਰੀ ਲੱਭਣ ਦੀ ਸਲਾਹ ਦਿੱਤੀ। ਦੂਜੇ ਪਾਸੇ ਮੇਰੇ ਅਮੀਰ ਡੈਡੀ ਨੇ ਮੈਨੂੰ ਇਹੋ ਜਿਹੀਆਂ ਸੰਪਤੀਆਂ ਇਕੱਤਰ ਕਰਨ ਦੀ ਸਲਾਹ ਦਿੱਤੀ ਜਿਨ੍ਹਾਂ ਨੂੰ ਮੈਂ ਪਸੰਦ ਕਰਦਾ ਸੀ। ਜੇਕਰ ਤੁਸੀਂ ਇਹਨਾਂ ਨੂੰ ਪਸੰਦ ਨਹੀਂ ਕਰਦੇ ਹੋਵੋਗੇ
ਤਾਂ ਤੁਸੀਂ ਇਹਨਾਂ ਦਾ ਧਿਆਨ ਨਹੀਂ ਰੱਖ ਪਾਵੋਗੇ। ਮੈਂ ਰੀਅਲ ਐਸਟੇਟ ਇਸੇ ਵਾਸਤੇ ਇਕੱਤਰ ਕਰਦਾ ਹਾਂ ਕਿਉਂਕਿ ਮੈਨੂੰ ਇਮਾਰਤਾਂ ਅਤੇ ਜ਼ਮੀਨ ਨਾਲ ਪਿਆਰ ਹੈ।